ਨਟ ਮਹਲਾ ਪੰਜਵਾ। ਚਰਨ ਕਮਲ ਸੰਗ ਲਾਗੀ ਡੋਈ। ਆਵਨੀ ਸ਼ਬਦ ਨਟ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰਤਾਜ ਉਹਨਾਂ ਦੀ ਆਮਨ ਰਚਨਾ ਤੋਂ ਉਚਾਰਨ ਕੀਤਾ ਹੋਇਆ। ਇਸ ਪਾਵਨ ਸ਼ਬਦ ਦੇ ਅੰਦਰ ਅਨੇਕ ਭਗਤ ਜਿਸ ਦੀ ਪ੍ਰਭੂ ਪਰਮਾਤਮਾ ਦੇ ਨਾਲ ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ ਪ੍ਰੀਤ ਭੱਜ ਜਾਂਦੀ ਹੈ। ਇਸ ਉੱਚੀ ਅਵਸਥਾ ਵਿੱਚ ਜਾ ਕੇ ਇਹ ਪਾਵਨ ਸ਼ਬਦ ਗਾਇਨ ਕੀਤਾ ਗਿਆ ਹੈ। ਧੰਨ ਗੁਰੂ ਜੀ ਰਹਿਮਤ ਕਰਦੇ ਹਨ। ਚਰਨ ਕਮਲ ਸੰਗ ਲਾਗੀ ਡੋਰੀ। ਡੋਰੀ ਦਾ ਅਰਥ ਹੁੰਦਾ ਹੈ ਰੱਸੀ। ਇੱਥੇ ਉਹ ਜਿਹੜੀ ਰੱਸੀ ਹੈ ਉਹ ਪ੍ਰੇਮ ਦੀ ਰੱਸੀ ਹੈ, ਪ੍ਰੇਮ ਦੀ ਡੋਰੀ ਹੈ। ਕਿਸੇ ਗੁਰਮੁਖ ਪਿਆਰੇ ਨੇ ਇੱਕ ਬੜੀ ਸੋਹਣੀ ਕਵਿਤਾ ਲਿਖੀ ਹੈ। ਉਹ ਆਪਣੀ ਕਵਿਤਾ ਦੇ ਵਿੱਚ ਲਿਖਦਾ ਹੈ, ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾਕੀ ਡੋਰੀਆਂ। ਇਹ ਪ੍ਰੇਮ ਦੀ ਡੋਰੀ ਦੇ ਨਾਲ ਭਗਤ ਧੰਨਾ ਜੀ ਨੇ ਉਸ ਪ੍ਰਭੂ ਪਰਮਾਤਮਾ ਨੂੰ ਆਪਣੇ ਵਸ ਕਰ ਲਿਆ ਸੀ। ਵੇਖੋ, ਜੋ ਸਾਰਿਆਂ ਨੂੰ ਆਪਣੇ ਵਸ ਦੇ ਵਿੱਚ ਰੱਖਣ ਵਾਲਾ ਹੈ ਉਹ ਪ੍ਰੇਮ ਦੇ ਵਸ ਹੋ ਜਾਇਆ ਕਰਦਾ ਹੈ। ਕਹਿੰਦੇ ਨੇ ਇੱਕ ਵਾਰੀ ਹਨੂਮਾਨ ਜੀ ਕਿਤੇ ਵਿਚਰ ਰਹੇ ਸਨ ਤੇ ਇੱਕ ਬਜ਼ੁਰਗ ਔਰਤ ਦੀ ਇਹ ਤਮੰਨਾ ਸੀ ਵੀ ਮੈਂ ਇਹਨਾਂ ਦੀ ਸੇਵਾ ਕਰਾਂ, ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਵਾਂ। ਉਸ ਮਾਈ ਨੇ ਆਖਿਆ, ਹਨੂਮਾਨ ਜੀ ਤੁਸੀਂ ਸ਼੍ਰੀ ਰਾਮਚੰਦਰ ਜੀ ਦੇ ਭਗਤ ਹੋ ਤੇ ਸੁਭਾਵਿਕ ਇੱਧਰ ਆ ਗਏ ਹੋ। ਮੇਰੇ ਅੰਦਰ ਤਾਂ ਬੜੇ ਚਿਰ ਦੀ ਤਮੰਨਾ ਸੀ ਮੈਂ ਤੁਹਾਨੂੰ ਪ੍ਰਸ਼ਾਦਾ ਛਕਾ ਦੇਵਾਂ। ਕਹਿੰਦੇ ਨੇ ਮਾਈ ਨੇ ਬੜੇ ਪ੍ਰੇਮ ਦੇ ਨਾਲ ਪ੍ਰਸ਼ਾਦਾ ਤਿਆਰ ਕਰਕੇ ਹਨੂਮਾਨ ਜੀ ਨੂੰ ਜਦੋਂ ਛਕਾਇਆ ਤੇ ਹਨੂਮਾਨ ਜੀ ਉੱਥੋਂ ਜਾਣ ਲੱਗੇ ਤੇ ਇਹ ਮਾਈ ਚਰਖਾ ਜੋ ਕੱਤਦੀ ਹੁੰਦੀ ਸੀ ਨਾ, ਕੱਚਾ ਧਾਗਾ, ਉਹਦੇ ਨਾਲ ਹਨੂਮਾਨ ਨੂੰ ਬੰਨ੍ਹ ਕੇ ਕਹਿੰਦੀ ਮੈਂ ਜਾਣ ਨਹੀਂ ਦੇਣਾ। ਤੇ ਹਨੂਮਾਨ ਉਸ ਕੱਚੇ ਧਾਗੇ ਦੇ ਨਾਲ ਬੱਝੇ ਹੋਏ ਉੱਥੇ ਰਹਿ ਗਏ। ਮਗਰੋਂ ਇਹਨਾਂ ਦੇ ਸਾਥੀ ਲੱਭਦੇ ਲੱਭਦੇ ਜਦੋਂ ਆਏ ਤੇ ਉਹ ਵੇਖ ਕੇ ਬੜੇ ਹੈਰਾਨ ਹੋਏ ਵੀ ਹਨੂਮਾਨ ਜਿਹੜਾ ਇਤਨਾ ਬਲਵਾਨ ਹੈ, ਇਤਨੀ ਸ਼ਕਤੀ ਹੈ, ਪਹਾੜ ਚੱਕ ਸਕਦਾ ਹੈ ਤੇ ਆਹ ਕੱਚੇ ਜਿਹੇ ਧਾਗੇ ਨਾਲ ਇਹ ਬੰਨਿਆ ਹੋਇਆ ਹੈ ਤੇ ਇਹਨੂੰ ਵੀ ਤੋੜ ਕੇ ਇਹ ਛਡਾ ਕੇ ਜਾ ਨਹੀਂ ਸਕਦਾ। ਜਦੋਂ ਪੁੱਛਿਆ ਹਨੂਮਾਨ ਜੀ ਕੀ ਕਾਰਨ ਹੈ, ਤੁਸੀਂ ਆਹ ਕੱਚੇ ਜਿਹੇ ਧਾਗੇ ਨੂੰ ਤੋੜ ਨਹੀਂ ਸਕਦੇ? ਹਨੂਮਾਨ ਨੇ ਕਿਹਾ ਮੈਂ ਨਹੀਂ ਤੋੜ ਸਕਦਾ ਕਿਉਂਕਿ ਇਹ ਕੱਚਾ ਧਾਗਾ ਨਹੀਂ, ਇਹ ਪ੍ਰੇਮ ਦੀ ਡੋਰ ਹੈ ਤੇ ਜੇ ਮੈਂ ਇਸ ਨੂੰ ਤੋੜ ਦਿੱਤਾ ਤੇ ਮਾਈ ਦਾ ਜਿਹੜਾ ਪ੍ਰੇਮ ਹੈ ਨਾ ਉਹ ਟੁੱਟ ਜਾਵੇਗਾ। ਮੈਂ ਉਸ ਪ੍ਰੇਮ ਨੂੰ ਕਾਇਮ ਰੱਖਣ ਦੇ ਲਈ ਇੱਥੇ ਭੱਜਿਆ ਬੈਠਾ। ਇਸ ਤਰ੍ਹਾਂ ਪ੍ਰਭੂ ਪਰਮਾਤਮਾ ਜਦੋਂ ਭਗਤ ਧੰਨਾ ਜੀ ਨੇ ਭਗਤੀ ਕੀਤੀ ਤੇ ਅੜ ਕੇ ਬਹਿ ਗਿਆ ਵੀ ਜੇ ਤੂੰ ਇੱਥੋਂ ਪ੍ਰਗਟ ਹੋਵੇਂਗਾ ਨਾ ਪੱਥਰ ਦੇ ਵਿੱਚੋਂ ਤੇ ਭੋਗ ਲਾਏਂਗਾ ਪ੍ਰਸ਼ਾਦਾ, ਆਪਾਂ ਫਿਰ ਛਕਣਾ, ਨਹੀਂ ਤਾਂ ਅਸੀਂ ਵੀ ਬੈਠੇ ਹਾਂ। ਕਹਿੰਦਿਆਂ ਕਾਫੀ ਲੰਮਾ ਗੁਜ਼ਰ ਗਿਆ ਤੇ ਪੱਥਰ ਦੇ ਵਿੱਚੋਂ ਪਹਿਲੋਂ ਹੱਥ ਨਿਕਲੇ ਤੇ ਭਗਤ ਜੀ ਦੇ ਹੱਥ ਦੇ ਵਿੱਚ ਜੋ ਵੀ ਆਇਆ ਉਸ ਰੱਸੀ ਦੇ ਨਾਲ ਦੋਵੇਂ ਹੱਥ ਬੰਨ੍ਹ ਲਏ ਵੀ ਕਿਤੇ ਦੁਬਾਰਾ ਫਿਰ ਇਹ ਨਾ ਪੱਥਰ ਦੇ ਵਿੱਚ ਨਾ ਲੈ ਜਾਵੇ। ਭੋਗ ਲਾ ਕੇ ਕਹਿੰਦਾ ਹੁਣ ਤੈਨੂੰ ਮੈਂ ਜਾਣ ਨਹੀਂ ਦੇਣਾ। ਹੁਣ ਜੋ ਪਰਮਾਤਮਾ ਪੱਥਰ ਦੇ ਵਿੱਚੋਂ ਪ੍ਰਗਟ ਹੋ ਸਕਦਾ ਹੈ, ਜਿਵੇਂ ਭਗਤ ਪ੍ਰਹਲਾਦ ਦੀ ਰੱਖਿਆ ਕਰਨ ਦੇ ਲਈ ਥੰਮ ਨੂੰ ਪਾੜ ਕੇ ਪ੍ਰਗਟ ਹੋਇਆ ਸੀ ਤੇ ਹਰਨਾਕਸ਼ ਨੂੰ ਉਹਨੇ ਆਪਣੇ ਗੋਡਿਆਂ ਤੇ ਰੱਖ ਕੇ ਪਾੜ ਦਿੱਤਾ ਸੀ ਕਿ ਉਹ ਭਗਤ ਧੰਨੇ ਦੀ ਛੋਟੀ ਜਿਹੀ ਬਰੀਕ ਜਿਹੀ ਰੱਸੀ ਨੂੰ ਨਹੀਂ ਤੋੜ ਸਕਦਾ।
पर नहीं, क्योंकि ये प्रेम की डोरी सी, तां करके ये नहीं टुट सकती। सो धन गुरु महाराज जी इत्थे रहमत करते ने इस तरह उस प्रभु परमात्मा दे नाल जिन्हां दीयां प्रेम दीयां डोरियां लग जाया करदियां ने, वो फिर परमात्मा जिहड़ा उन्हां दे वस हो जाया करदा, वो प्रेम दी डोरी है जिहड़ी वो टुटिया नहीं करती। चरण कमल संग लागी डोरी है सच्चे सतगुर जी, साडे अंदर दी जिहड़ी प्रेम दी डोरी है वो आप जी दे चरना कमलां दे नाल बच गई है जी। सुख सागर कर परमगत होई। सुख सागर, तू सुखां दा सागर है। सागर एक विशालताई का नाम है। ਜਦੋਂ ਅਸੀਂ ਸਾਗਰ ਦੇ ਵਿੱਚ ਜਾਂਦੇ ਹਾਂ ਤੇ ਚਾਰੇ ਪਾਸੇ ਪਾਣੀ ਹੀ ਪਾਣੀ ਦਿਸਦਾ, ਇਤਨਾ ਵਿਸ਼ਾਲ ਹੈ। ਉਸੇ ਤਰ੍ਹਾਂ ਉਹ ਪ੍ਰਭੂ ਪਰਮਾਤਮਾ ਦੇ ਵਿੱਚ ਜਦੋਂ ਅਭੇਦ ਹੋਈਦਾ ਫਿਰ ਚਾਰੇ ਪਾਸੇ ਸੁੱਖ ਹੀ ਸੁੱਖ ਹੈ। ਉਹਨੂੰ ਸੁੱਖ ਦਾ ਸਾਗਰ ਆਖਿਆ। ਸੁੱਖ ਸਾਗਰ ਕਰ, ਇਹ ਸੁੱਖਾਂ ਦੇ ਸਾਗਰ ਕਰਨਾ ਕਰ, ਪਰਮ ਗਤ ਮੋਰੀ, ਪਰਮ ਵੱਡੀ ਗਤ मुक्ति। हे सुखां दे सागर प्रभु परमात्मा तो कृपा कर, रहमत कर, कर परमगत मोरी, तू मेरी परम गति करना कर, क्योंकि मैं तेरे नाल प्रेम दी डोरी पाली है। प्रेम दी डोरी करके तेरे चरना दे नाल बज गया ते हुण तेरे चरना तो असी गति दी आस चाहुंदे हां जी। अंतरा गहायो जन अपने को, मन बीतो प्रेम की खोई। अगे विश्राम ला के धन गुरु महाराज जी रहमत करते ने। अंचला, अंचला का अर्थ हुंदा है पल्ला फड़ा देना, लड़ फड़ा देना। गहायो का अर्थ है पकड़ाना। अंचला गहायो जन अपने को, जदों गुरु कृपा करता है ना, अपने सेवक नूं अपना पल्ला आप फड़ा दिंदा है। मन बीतो प्रेम की कोरी, कोरी का अर्थ है खुमारी। मन बीतो, मन बिन्निया जाता है। प्रेम की कोरी, प्रेम की खुमारी दे विच अंदर प्रेम की खुमारी है जिहड़ी मन दे विच वो बन जाती है जदों सच्चे सतगुर दे पल्ले दे नाल ਆਪਾਂ ਬਚ ਜਾਂਦੇ ਹਾਂ। ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਆਪਣੇ ਲੜਦੇ ਨਾਲ ਜਦੋਂ ਬੰਨ੍ਹ ਲੈਂਦੇ ਨੇ, ਪੱਲੇ ਜਦੋਂ ਲਾ ਲੈਂਦੇ ਨੇ ਤੇ ਫਿਰ ਮਨ ਜਿਹੜਾ ਉਹ ਪ੍ਰੇਮ ਦੀ ਕੁਮਾਰੀ ਦੇ ਵਿੱਚ ਮਸਤ ਹੋ ਜਾਇਆ ਕਰਦਾ ਹੈ ਜੀ। ਜਸ ਗਾਵਤ ਭਗਤ ਰਸ ਉਪਜਿਓ, ਮਾਇਆ ਕੀ ਜਾਲੀ ਤੋਈ। ਅੱਗੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਉਸ ਪ੍ਰਭੂ ਪਰਮਾਤਮਾ ਦਾ ਜਸ ਗਾਇਨ ਕਰਦਿਆਂ ਕਰਦਿਆਂ ਭਗਤੀ ਦਾ ਰਸ ਜਿਹੜਾ ਇਹ ਅੰਦਰ ਪੈਦਾ ਹੋ ਜਾਂਦਾ ਹੈ। ਜਦੋਂ ਵਾਹਿਗੁਰੂ ਦਾ ਜਸ ਗਾਇਨ ਕਰੀਦਾ ਹੈ, ਧੰਨ ਗੁਰਬਾਣੀ ਦੇ ਅੰਦਰ ਉਸ ਪਰਮਾਤਮਾ ਦਾ ਸੰਪੂਰਨ ਰੂਪ ਦੇ ਵਿੱਚ ਜਸ ਹੈ। ਤੇ ਜਦੋਂ ਉਸ ਦੇ ਜਸ ਨੂੰ ਕਰੀਦਾ ਹੈ, ਬਾਣੀ ਪੜ੍ਹੀਦੀ ਹੈ, ਫਿਰ ਕਿਰਪਾ ਕਰਦਾ ਭਗਤੀ ਦਾ ਰਸ ਅੰਦਰ ਪੈਦਾ ਹੋ ਜਾਂਦਾ ਹੈ। ਮਾਇਆ ਕੀ ਜਾਲੀ ਤੋਰੀ, ਤੇ ਭਗਤੀ ਦਾ ਜਿਹੜਾ ਰਸ ਹੈ ਨਾ, ਇਹਦੇ ਨਾਲ ਅੰਦਰ ਦੀ ਜਿਹੜੀ ਮਾਇਆ ਦਾ ਜੰਜਾਲ ਹੈ ਇਹ ਟੁੱਟ ਜਾਇਆ ਕਰਦਾ। ਇਹਨੂੰ ਥੋੜਾ ਜਿਹਾ ਸਮਝਣਾ ਪਏਗਾ। ਮੈਂ ਇੱਕ ਵਾਰੀ ਫਿਰ ਕੋਸ਼ਿਸ਼ ਕਰਦਾ। ਅੰਚਲਾ ਕਹਾਇਓ, ਇਹਦਾ ਅਰਥ ਹੁੰਦਾ ਲੜ ਫੜਾ ਦੇਣਾ। ਜਨ ਆਪਣੇ ਕੋ, ਆਪਣੇ ਗੁਰਸਿੱਖ ਨੂੰ ਜਦੋਂ ਗੁਰੂ ਆਪਣਾ ਲੜ ਫੜਾ ਦਿੰਦਾ, ਭਾਵ ਆਪਣੇ ਲੜ ਲਾ ਲੈਂਦਾ ਹੈ, ਆਪਣੇ ਚਰਨਾਂ ਦੇ ਨਾਲ ਜੋੜ ਦਿੰਦਾ ਹੈ, ਆਪਣੀ ਕਿਰਪਾ ਕਰ ਦਿੰਦਾ ਹੈ, ਤੇ ਫਿਰ ਗੁਰਸਿੱਖ ਦਾ ਮਨ ਹੈ ਨਾ ਜਿਹੜਾ ਉਹ ਪ੍ਰੇਮ ਦੀ ਕੁਮਾਰੀ ਦੇ ਨਾਲ ਵਿੰਨਿਆ ਜਾਂਦਾ ਹੈ। ਮਨ ਮਸਤ ਹੋ ਜਾਂਦਾ ਹੈ। ਪ੍ਰੇਮ ਦੀ ਕੁਮਾਰੀ ਜਿਹੜੀ ਮਨ ਦੇ ਵਿੱਚ ਚੜ ਜਾਂਦੀ ਹੈ। ਪ੍ਰੇਮ ਦੀ ਕੁਮਾਰੀ ਦੇ ਨਾਲ ਜਦੋਂ ਜਸ ਗਾਵਤ ਭਗਤ ਰਸ ਉਪਜੋ, ਜਸ ਗਾਉਂਦਿਆਂ ਗਾਉਂਦਿਆਂ ਅੰਦਰੋਂ ਭਗਤੀ ਦਾ ਰਸ ਪੈਦਾ ਹੋਣ ਲੱਗ ਜਾਂਦਾ ਹੈ। ਗੁਰਬਾਣੀ ਗਾਈਦੀ ਹੈ, ਸਿਮਰਨ ਦਾ ਰਸ ਜਿਹੜਾ ਫਿਰ ਆਪੇ ਆਉਣ ਲੱਗ ਜਾਂਦਾ ਹੈ। ਜਿਵੇਂ ਜਿਵੇਂ ਬਾਣੀ ਦੇ ਲੜ ਲੱਗੀਦਾ ਹੈ, ਪ੍ਰਭੂ ਦਾ ਜਸ ਗਾਇਨ ਕਰੀਦਾ ਹੈ, ਤੇ ਫਿਰ ਅੰਦਰੋਂ ਜਿਹੜਾ ਭਗਤੀ ਰਸ ਹੈ ਨਾ, ਭਾਵ ਸਿਮਰਨ ਦਾ ਰਸ ਹੈ, ਇਹ ਪੈਦਾ ਹੋ ਜਾਂਦਾ ਹੈ। ਮਾਇਆ ਕੀ ਜਾਲੀ ਤੋੜੀ, ਮਾਇਆ ਦਾ ਜਿਹੜਾ ਜੰਜਾਲ ਬਣਿਆ ਹੋਇਆ ਹੈ,
ਇਹ ਇਸ ਪ੍ਰੇਮ ਦੇ ਰਸ ਦੇ ਨਾਲ, ਭਗਤੀ ਦੇ ਰਸ ਦੇ ਨਾਲ ਟੁੱਟ ਜਾਇਆ ਕਰਦਾ ਹੈ ਜੀ। ਪੂਰਨ ਪੂਰ ਰਹਿ ਕਿਰਪਾਨਿਤ ਆਨ ਨਾਮ ਕੋਈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਪੂਰਨ ਪੂਰ ਰਹੇ ਕਿਰਪਾ ਨਿਧ। ਕਿਰਪਾ ਨਿਧ ਦਾ ਅਰਥ ਹੈ ਕਿਰਪਾ ਦੇ ਖਜ਼ਾਨੇ, ਕਿਰਪਾ ਦੇ ਦਾਤੇ। ਪੂਰਨ ਪੂਰ ਦਾ ਅਰਥ ਹੈ ਲਵਾ ਲਵ ਭਰੇ ਹੋਏ। ਆਨ ਨਾ ਪੇਖੋ ਹੋਰੀ, ਹੋਰ ਕਿਸੇ ਨੂੰ ਵੇਖਣ ਨੂੰ ਮਨ ਹੀ ਨਹੀਂ ਕਰਦਾ। ਜਿਵੇਂ ਬੱਚਾ ਹੁੰਦਾ ਹੈ ਨਾ, 100 ਔਰਤ ਵੀ ਹੋਵੇ ਤੇ ਉਹਨਾਂ ਦੇ ਵਿੱਚੋਂ ਉਸ ਦੀ ਮਾਂ ਹੈ ਜਿਹੜੀ, ਉਹ ਭਾਵੇਂ ਕਿਤਨੀ ਵੀ ਕੁਰੂਪ ਹੋਵੇ, ਕਿਸੇ ਵਜ੍ਹਾ ਦੀ ਵੀ ਹੋਵੇ, ਉਹ ਬੱਚਾ ਫਿਰ ਕਿਸੇ ਹੋਰ ਵੱਲ ਨਹੀਂ ਵੇਖਦਾ, ਕੇਵਲ ਤੇ ਕੇਵਲ ਆਪਣੀ ਮਾਂ ਦੇ ਜਾ ਕੇ ਗਲ ਲੱਗਦਾ ਹੈ, ਕਿਉਂਕਿ ਉਸ ਦੀ ਮਾਂ ਦੇ ਵਿੱਚੋਂ ਉਹਨੂੰ ਆਪਣੀ ਮਮਤਾ, ਆਪਣਾਪਣ ਜਿਹੜਾ ਉਹ ਅਨੁਭਵ ਹੁੰਦਾ ਹੈ। ਉਸੇ ਤਰ੍ਹਾਂ ਜਿਹੜੇ ਉਸ ਪ੍ਰਭੂ ਪਰਮਾਤਮਾ ਦੇ ਹੋ ਗਏ ਨੇ, ਆਨ ਨਾ ਪੇਖੋ ਹੋਰੀ, ਉਹ ਰੱਬ ਤੋਂ ਬਿਨਾਂ ਕਿਸੇ ਹੋਰ ਨੂੰ ਵੇਖਦੇ ਨਹੀਂ। ਪੂਰਨ ਪੂਰ ਰਹਿ ਕਿਰਪਾ ਨਿਧ, ਜਿਸ ਦੇ ਦਰ ਤੋਂ ਸਾਰੀਆਂ ਦਾਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਪ੍ਰਭੂ ਪਰਮਾਤਮਾ ਪਰਿਪੂਰਨ ਹੈ। ਕਿਸੇ ਕਾਰਨ ਦੇ ਲਈ, ਕਿਸੇ ਲੋੜ ਦੇ ਲਈ ਕਿਸੇ ਹੋਰ ਦੇ ਕੋਲ ਨਹੀਂ ਜਾਣਾ ਪੈਂਦਾ। ਇੱਕ ਉਦਾਹਰਨ ਦੇ ਨਾਲ ਮੈਂ ਸਮਝਾਉਣ ਦਾ ਯਤਨ ਕਰਦਾ। ਜਿਵੇਂ ਅਸੀਂ ਇੱਕ ਡਾਕਟਰ ਦੇ ਕੋਲ ਗਏ ਹਾਂ, ਉਹ ਡਾਕਟਰ ਹੈ ਜਿਹੜਾ, ਉਹ ਕੰਨਾਂ ਦਾ ਡਾਕਟਰ ਹੈ ਜਾਂ ਦੰਦਾਂ ਦਾ ਡਾਕਟਰ ਹੈ। ਸਾਨੂੰ ਇਹ ਬਿਮਾਰੀ ਨਹੀਂ ਹੈਗੀ, ਅਸੀਂ ਕਿਸੇ ਡਾਕਟਰ ਕੋਲੇ ਗਏ ਹਾਂ, ਉਹ ਡਾਕਟਰ ਦੰਦਾਂ ਦਾ ਡਾਕਟਰ ਹੈ, ਤੇ ਅਸੀਂ ਉਹਦੇ ਕੋਲ ਗਏ ਹਾਂ ਵੀ ਸਾਡਾ ਕੰਨ ਦਰਦ ਕਰਦਾ। ਉਹ ਆਖੇਗਾ ਮੇਰੇ ਕੋਲ ਤੇ ਦੰਦ ਦਾ ਇਲਾਜ ਹੈ, ਕੰਨ ਦਾ ਇਲਾਜ ਨਹੀਂ ਕਰ ਸਕਦਾ ਮੈਂ। ਇਹ ਹੁਣ ਡਾਕਟਰ ਹੈ ਜਿਹੜਾ ਪੂਰਨ ਡਾਕਟਰ ਨਹੀਂ ਹੈਗਾ। ਸਾਰੇ ਸਰੀਰ ਦਾ ਇਲਾਜ ਇਸ ਦੇ ਕੋਲ ਨਹੀਂ ਹੈਗਾ। ਸਾਰੇ ਸਰੀਰ ਦਾ ਜਿਹੜਾ ਇਲਾਜ ਹੈ ਇਹ ਨਹੀਂ ਕਰ ਸਕਦਾ, ਇਹ ਅਧੂਰਾ ਹੈ, ਇਹਨੂੰ ਪੂਰਨ ਨਹੀਂ ਆਖਿਆ ਜਾਏਗਾ। ਸੋ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇੱਥੇ ਦੱਸਦੇ ਨੇ ਪੂਰਨ ਪੂਰ ਰਹਿ ਕਿਰਪਾ ਨਿਧ। ਪ੍ਰਭੂ ਪਰਮਾਤਮਾ ਕਿਰਪਾ ਦੇ ਖਜ਼ਾਨੇ ਨੇ, ਤੇ ਇਹਨਾਂ ਦੇ ਕੋਲੇ ਹਰ ਇੱਕ ਦੌਲਤ ਜਿਹੜੀ ਉਹ ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਇਸ ਤਰ੍ਹਾਂ ਹਰ ਇੱਕ ਗੁਣ, ਹਰ ਇੱਕ ਵਡਿਆਈ ਕਰਕੇ ਪਰਿਪੂਰਨ ਨੇ। ਇੱਕ ਹੋਰ ਉਦਾਹਰਨ ਦੇ ਨਾਲ ਆਪਾਂ ਸਮਝਦੇ ਹਾਂ। ਜਿਵੇਂ ਸਨਾਤਨ ਧਰਮ ਦੇ ਵਿੱਚ ਜੇ ਬੁੱਧੀ ਦੀ ਪ੍ਰਾਪਤੀ ਕਰਨੀ ਹੋਵੇ ਨਾ, ਤੇ ਫਿਰ ਸਰਸਵਤੀ ਦਾ ਮੰਗਲਾਚਰਨ ਜਿਹੜਾ ਉਹ ਕਰਨਾ ਪੈਂਦਾ, ਸਰਸਵਤੀ ਦਾ ਸਿਮਰਨ ਕਰਨਾ ਪੈਂਦਾ, ਉਹਨੂੰ ਯਾਦ ਕਰਨਾ ਪੈਂਦਾ ਹੈ। ਤੇ ਜੇ ਸਿੱਧੀ ਦੀ ਪ੍ਰਾਪਤੀ ਕਰਨੀ ਹੈ ਤੇ ਫਿਰ ਗਣੇਸ਼ ਦੀ ਪੂਜਾ ਕਰਨੀ ਪੈਂਦੀ ਹੈ, ਗਣੇਸ਼ ਦੀ ਮਨੌਤ ਕਰਨੀ ਪੈਂਦੀ ਹੈ, ਗਣੇਸ਼ ਦਾ ਮੰਗਲਾਚਰਨ ਕਰਨਾ ਪੈਂਦਾ ਹੈ, ਇਹਨੂੰ ਪ੍ਰਸ਼ਾਦ ਚੜਾਉਣਾ ਪੈਂਦਾ ਹੈ। ਪਰ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਸਤਿਗੁਰ ਤੋਂ ਇਹ ਦੋਵੇਂ ਦਾਤਾਂ ਹੀ ਪ੍ਰਾਪਤ ਹੋ ਜਾਂਦੀਆਂ ਨੇ। ਸਿੱਧੀ ਵੀ ਪ੍ਰਾਪਤ ਹੋ ਜਾਂਦੀ ਹੈ ਤੇ ਬੁੱਧੀ ਵੀ ਪ੍ਰਾਪਤ ਹੋ ਜਾਂਦੀ ਹੈ। ਧੰਨ ਗੁਰੂ ਮਹਾਰਾਜ ਜੀ ਨੇ ਜਾਪ ਸਾਹਿਬ ਦੇ ਅੰਦਰ ਕਿਰਪਾ ਕੀਤੀ ਹੈ। ਸਿੱਧ ਦਾ, ਬੁੱਧ ਦਾ, ਬ੍ਰਿਹਦ ਕਰਤਾ ਉਹ ਪਰਮਾਤਮਾ ਜਿਹੜਾ ਉਹ ਸਿੱਧੀ ਵੀ ਸਾਨੂੰ ਦਿੰਦਾ ਹੈ ਤੇ ਬੁੱਧੀ ਵੀ ਸਾਨੂੰ ਦਿੰਦਾ। ਦੋਵੇਂ ਚੀਜ਼ਾਂ ਨੇ ਜਿਹੜੀਆਂ ਇਹ ਵਧਾ ਦਿੰਦਾ ਸਾਡੇ ਅੰਦਰ ਦੀਆਂ। ਪਰ ਸਨਾਤਨ ਧਰਮ ਹੈ ਜਿਹੜਾ ਉਹ ਅਧੂਰਿਆਂ ਦੇ ਮਗਰ ਲੱਗਿਆ ਹੋਇਆ ਹੈ। ਇੱਕ ਦੇਵਤੇ ਤੋਂ ਇੱਕ ਚੀਜ਼ ਪੈਦਾ ਹੋ ਗਈ, ਫਿਰ ਦੂਜੇ ਤੋਂ ਦੂਜੀ ਪ੍ਰਾਪਤ ਹੋ ਗਈ, ਤੀਜੀ ਤੋਂ ਤੀਜੀ। ਉਸ ਦੀ ਵੀ ਇੱਕ ਮਨਿਆਦ ਹੁੰਦੀ ਹੈ। ਪਰ ਉਸ ਪ੍ਰਭੂ ਪਰਮਾਤਮਾ ਤੋਂ ਜਦੋਂ ਕੋਈ ਦਾਤ ਪ੍ਰਾਪਤ ਹੁੰਦੀ ਹੈ ਤੇ ਉਹ ਉਸੇ ਤਰ੍ਹਾਂ ਅਮਰ ਹੋ ਜਾਂਦੀ ਹੈ ਜਿਵੇਂ ਪਰਮਾਤਮਾ ਸਦੀਵੀ ਹੈ ਤੇ ਨਾਸ ਤੋਂ ਰਹਿਤ ਅਬਨਾਸੀ ਹੈ। ਪੂਰਨ ਪੂਰ ਰਹਿ ਕਿਰਪਾ ਨਿਧ। ਇਸ ਤਰ੍ਹਾਂ ਮੇਰੇ ਸੱਚੇ ਸਤਿਗੁਰ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਨੇ ਤੇ ਕਿਰਪਾ ਦੇ ਖਜ਼ਾਨੇ ਨੇ। ਆਨ ਨਾ ਪੇਖੋ ਹੋਰੀ, ਜਿਸ ਕਰਕੇ ਕਿਸੇ ਹੋਰ ਦੇ ਵੱਲ ਵੇਖਣਾ ਨਹੀਂ ਪੈਂਦਾ ਹੈ ਜੀ। ਨਾਨਕ ਮੇਰ ਲਿਓ ਦਾਸ ਆਪਣਾ, ਪ੍ਰੀਤ ਨਾ ਕਰੋ ਕੋਈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਆਪਣੇ ਦਾਸ ਬਣਾ ਕੇ ਸਾਨੂੰ ਆਪਣੇ ਵਿੱਚ ਅਭੇਦ ਕਰ ਲਿਆ। ਪ੍ਰੀਤ ਨਾ ਕਬਹੂ ਥੋਰੀ, ਉਹਨੇ ਮੇਲ ਲਿਆ ਹੈ, ਰਹਿਮਤ ਕਰਤੀ ਏ। ਉਹਦੀ ਪ੍ਰੀਤ ਕਦੇ ਥੋੜੀ ਨਹੀਂ ਹੁੰਦੀ। ਅਸੀਂ ਸਮਾਜ ਦੇ ਵਿੱਚ ਵੇਖਦੇ ਹਾਂ ਕਈ ਵਾਰੀ ਪ੍ਰੇਮ ਬਣ ਜਾਂਦਾ ਹੈ ਤੇ ਹੌਲੀ ਹੌਲੀ ਜਿਵੇਂ ਜਿਵੇਂ ਸਮਾਂ ਗੁਜ਼ਰਦਾ ਜਾਂਦਾ ਹੈ ਨਾ, ਉਵੇਂ ਉਵੇਂ ਪ੍ਰੇਮ ਜਿਹੜਾ ਉਹ ਪੁਰਾਣਾ ਹੁੰਦਾ ਜਾਂਦਾ ਹੈ।
ਪ੍ਰੇਮ ਹੈ ਜਿਹੜਾ ਉਹ ਹੌਲੀ ਹੌਲੀ ਘਟਦਾ ਜਾਂਦਾ ਹੈ। ਸਾਡੇ ਸਮਾਜ ਦੇ ਅੰਦਰ ਰਿਸ਼ਤੇਦਾਰਾਂ ਦਾ ਪ੍ਰੇਮ, ਹੋਰ ਕਈ ਪ੍ਰਕਾਰ ਦੇ ਸੱਜਣਾ ਮਿੱਤਰਾਂ ਦਾ ਪ੍ਰੇਮ ਕੋਈ ਵਿਰਲਾ ਹੋਏਗਾ। ਕ੍ਰਿਸ਼ਨ ਭਗਵਾਨ ਵਰਗਾ ਤੇ ਸਦਾਮੇ ਵਰਗਾ ਜਿਨ੍ਹਾਂ ਦਾ ਸਦੀਵੀ ਪ੍ਰੇਮ ਹੈ ਜਿਹੜਾ ਉਹ ਇੱਕ ਰਸ ਹੋਏਗਾ, ਨਹੀਂ ਤਾਂ ਬਹੁਤ ਜ਼ਿਆਦੇ ਨੇ ਜਿਨ੍ਹਾਂ ਦਾ ਪ੍ਰੇਮ ਹੈ ਜਿਹੜਾ ਹੌਲੀ ਹੌਲੀ ਘਟ ਜਾਂਦਾ ਹੈ। ਪਰ ਉਸ ਪ੍ਰਭੂ ਪਰਮਾਤਮਾ ਦਾ ਪ੍ਰੇਮ ਹੈ ਨਾ ਜਿਹੜਾ, ਉਹ ਕ੍ਰਿਸ਼ਨ ਭਗਵਾਨ ਤੇ ਸਦਾਮੇ ਵਰਗਾ ਕਦੇ ਥੋੜਾ ਨਹੀਂ ਹੁੰਦਾ, ਕਦੇ ਘਟਦਾ ਨਹੀਂ। ਥੋੜੀ ਦਾ ਅਰਥ ਹੈ ਥੋੜਾ ਨਾ ਹੋਣਾ ਤੇ ਘਟਨਾ ਨਾ। ਸੋ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਨਾਨਕ ਮੇਲ ਲਿਓ ਦਾਸ ਆਪਣਾ। ਉਸ ਵਾਹਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ, ਆਪਣੇ ਦਾਸ ਬਣਾ ਕੇ ਆਪਣੇ ਅੰਦਰ ਅਭੇਦ ਕਰਦੇ ਨੇ। ਪ੍ਰੀਤ ਨਾ ਕਬੂ ਥੋਰੀ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਹੈ ਜਿਹੜੀ ਉਹ ਕਦੇ ਘਟਣ ਨਹੀਂ ਦਿੰਦੇ ਹਨ ਜੀ। ਨਾਟ ਮਹਲਾ ਪੰਜਵਾ। ਮੇਰੇ ਮਨ ਜਪ ਜਪ ਹਰ ਨਾਰਾਇਣ। ਧੰਨ ਗੁਰਬਾਣੀ ਦੇ ਅੰਦਰ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਜੇ ਅਸੀਂ ਪੂਰੀ ਗੌਰ ਦੇ ਨਾਲ ਵੇਖੀਏ ਨਾ, ਪੂਰੇ ਧਿਆਨ ਦੇ ਨਾਲ ਗੁਰਬਾਣੀ ਨੂੰ ਪੜ੍ਹੀਏ ਤੇ ਗੁਰਬਾਣੀ ਨੇ ਸਾਨੂੰ ਨਾਮ ਜਪਣ ਵਾਸਤੇ ਹੀ ਆਖਿਆ ਹੈ ਕਿ ਗੁਰੂ ਸਵਾਰਿਆ ਤੂੰ ਨਾਮ ਜਪੋ, ਪ੍ਰਭੂ ਪਰਮਾਤਮਾ ਦਾ ਸਿਮਰਨ ਕਰ। ਜਦੋਂ ਤੱਕ ਅਸੀਂ ਨਾਮ ਨਹੀਂ ਜਪਦੇ ਉਦੋਂ ਤੱਕ ਅਸੀਂ ਨਿਰਇੱਛਕ ਨਹੀਂ ਹੁੰਦੇ, ਤੇ ਜਦੋਂ ਤੱਕ ਅਸੀਂ ਨਿਰਇੱਛਕ ਨਹੀਂ ਹੁੰਦੇ ਉਦੋਂ ਤੱਕ ਸਾਡਾ ਜੀਵਨ ਹੈ ਜਿਹੜਾ ਇਹ ਸਫਲ ਨਹੀਂ ਹੁੰਦਾ। ਬਾਬਾ ਬਿਧੀ ਚੰਦ ਜੀ, ਪਹਿਲੋਂ ਉਹਨਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਦੀ ਸੇਵਾ ਕੀਤੀ, ਫਿਰ 6ਵੇਂ ਪਾਤਸ਼ਾਹ ਸਾਹਿਬ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਕੀਤੀ। ਜਦੋਂ ਸਾਹਿਬ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਸਨ, ਇੱਕ ਦਿਨ ਸੱਚੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਪ੍ਰਸੰਨ ਹੋਏ ਤੇ ਬਾਬਾ ਬਿਧੀ ਚੰਦ ਨੂੰ ਕਹਿੰਦੇ, ਬਾਬਾ ਬਿਧੀ ਚੰਦ ਅੱਜ ਤੂੰ ਕੁਝ ਮੰਗ, ਸਾਡਾ ਮਨ ਤੇਰੇ ਤੇ ਬੜਾ ਖੁਸ਼ ਹੋਇਆ ਹੈ। ਤੂੰ ਪਹਿਲੋਂ ਧੰਨ ਗੁਰੂ ਅਰਜਨ ਦੇਵ ਜੀ ਦੀ ਸੇਵਾ ਕੀਤੀ ਹੈ ਤੇ ਹੁਣ ਸਾਡੀ ਸੇਵਾ ਵੀ ਕਰਦੇ ਨੂੰ ਬੜਾ ਲੰਮਾ ਸਮਾਂ ਹੋਇਆ ਹੈ। ਅੱਜ ਤੂੰ ਜੋ ਮੰਗੇਗਾ ਤੈਨੂੰ ਅਸੀਂ ਉਹ ਹੀ ਦੇ ਦਿਆਂਗੇ। ਤੇ ਬਾਬਾ ਬਿਧੀ ਚੰਦ ਜੀ ਨੇ ਦੋਵੇਂ ਹੱਥ ਜੋੜ ਕੇ ਨਾ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ ਆਪਣਾ ਮੱਥਾ ਰੱਖ ਕੇ ਤੇ ਬੇਨਤੀ ਕੀਤੀ, ਹੈ ਸੱਚੇ ਸਤਿਗੁਰੂ, ਮੇਰਾ ਅੰਦਰ ਜਿਹੜਾ ਨਿਰਇੱਛਕ ਹੋ ਗਿਆ, ਕੋਈ ਇੱਛਾ ਹੀ ਨਹੀਂ ਰਹੀ। ਜੋ ਕੋਈ ਇੱਛਾ ਹੋਵੇ ਤੇ ਫਿਰ ਮੈਂ ਮੰਗਾ ਨਾ, ਮੇਰੇ ਅੰਦਰ ਕੋਈ ਇੱਛਾ ਨਹੀਂ ਰਹੀ। ਧੰਨ ਗੁਰੂ ਮਹਾਰਾਜ ਜੀ ਨੇ ਦੂਜੀ ਵਾਰ ਫਿਰ ਆਖਿਆ, ਬਾਬਾ ਬਿਧੀ ਚੰਦ ਜੀ ਮੰਗ ਲਾ, ਅੱਜ ਅਸੀਂ ਤੇਰੇ ਤੇ ਤਰੁੱਠੇ ਹਾਂ, ਤੇਰੇ ਤੇ ਪ੍ਰਸੰਨ ਹੋਏ ਹਾਂ। ਤੇ ਬਾਬਾ ਬਿਧੀ ਚੰਦ ਦਾ ਦੂਜੀ ਵਾਰ ਵੀ ਇਹੀ ਉੱਤਰ ਸੀ। ਫਿਰ ਮੱਥਾ ਗੁਰੂ ਚਰਨਾਂ ਦੇ ਉੱਤੇ ਰੱਖ ਲਿਆ ਤੇ ਬੇਨਤੀ ਕੀਤੀ, ਸੱਚੇ ਸਤਿਗੁਰ ਮੈਂ ਨਿਰਇੱਛਕ ਹੋ ਗਿਆ, ਹੁਣ ਕੋਈ ਇੱਛਾ ਨਹੀਂ ਰਹੀ। ਗੁਰੂ ਮਹਾਰਾਜ ਜੀ ਨੇ ਕਿਹਾ, ਤੀਜਾ ਵਚਨ ਹੈ ਬਾਬਾ ਬਿਧੀ ਚੰਦ ਮੰਗ ਲਈਦਾ ਹੁੰਦਾ ਹੈ। ਤੀਸਰਾ ਵਚਨ ਹੈ ਜਿਹੜਾ ਗੁਰੂ ਦਾ, ਪੀਰ ਦਾ, ਸੰਤ ਮਹਾਂਪੁਰਸ਼ਾਂ ਦਾ ਨਹੀਂ ਮੋੜੀਦਾ ਹੁੰਦਾ, ਕੁਝ ਮੰਗ ਲਾ। ਕਹਿੰਦਾ ਚੰਗਾ ਸੱਚੇ ਸਤਿਗੁਰ, ਜੇ ਦੇਣਾ ਹੈ ਤੇ ਫਿਰ ਇਸ ਤਰ੍ਹਾਂ ਕਰੋ, ਨਾਮ ਦੀ ਦਾਤ ਦਿਓ ਮੈਨੂੰ। ਮੈਂ ਨਾਮ ਜਪਦਾ ਜਪਦਾ ਨਾ ਉਸ ਨਾਮੀ ਦੇ ਵਿੱਚ ਅਭੇਦ ਹੋ ਜਾਵਾਂ, ਉਸੇ ਦਾ ਹੀ ਰੂਪ ਹੋ ਜਾਵਾਂ, ਇਹ ਦਾਤ ਮੈਨੂੰ ਬਖਸ਼ੋ। ਤੇ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸੱਚੇ ਸਤਿਗੁਰ ਬੜੇ ਪ੍ਰਸੰਨ ਹੋਏ ਤੇ ਆਖਿਆ, ਬਾਬਾ ਬਿਧੀ ਚੰਦ ਹੁਣ ਤੂੰ ਤਰ ਗਿਆ ਹੈ। ਕਿਉਂਕਿ ਬਾਬਾ ਬਿਧੀ ਚੰਦ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਇੱਕ ਵਾਰੀ ਹੰਕਾਰ ਕਰ ਲਿਆ ਸੀ। ਧੰਨ ਗੁਰੂ ਮਹਾਰਾਜ ਜੀ ਨੇ ਵੇਖਿਆ ਵੀ ਮੇਰਾ ਗੁਰਸਿੱਖ ਹੈ ਤੇ ਇਸ ਦੇ ਅੰਦਰ ਹੰਕਾਰ ਹੈ ਤੇ ਇਹਨੂੰ ਕਿਉਂ ਨਾ ਦੂਰ ਕੀਤਾ ਜਾਵੇ। ਗੁਰੂ ਮਹਾਰਾਜ ਜੀ ਨੇ ਆਖਿਆ, ਬਾਬਾ ਬਿਧੀ ਚੰਦ ਜੀ ਤੁਸੀਂ ਘੋੜੇ ਲੈ ਕੇ ਆਓ, ਤੁਸੀਂ ਬੜੇ ਯੋਗ ਹੋ। ਥੋੜਾ ਜਿਹਾ ਹੋਰ ਹਵਾ ਦੇ ਦਿੱਤੀ ਤੇ ਬਾਬਾ ਬਿਧੀ ਚੰਦ ਜੀ ਨੇ ਨਾਲ ਸਿੱਖ ਸੰਗਤਾਂ ਲੈ ਲਈਆਂ, ਨਾਲ ਸਹਾਇਕ ਲੈ ਲਏ ਤੇ ਚੱਲ ਪਏ ਘੋੜੇ ਖਰੀਦਣ ਨੂੰ। ਗੁਰੂ ਮਹਾਰਾਜ ਜੀ ਤੋਂ ਧਨ ਲੈ ਲਿਆ। ਅੱਗੇ ਜਾ ਕੇ ਜਦੋਂ ਕਾਬਲ ਕੰਧਾਰ ਵੱਲ ਗਏ ਤੇ ਘੋੜੇ ਖਰੀਦ ਲਏ ਨੇ, ਤੰਬੂ ਦੇ ਅੰਦਰ ਗਏ ਨੇ ਮਾਇਆ ਦੇਣ ਵਾਸਤੇ ਤੇ ਅੰਦਰ ਹਉਮੈ ਆ ਗਈ ਹੈ ਵੀ ਅੱਜ ਗੁਰੂ ਨੇ ਮੈਨੂੰ ਬੜਾ ਯੋਗ ਚੁਣਿਆ ਘੋੜਿਆਂ ਦੇ ਵਾਸਤੇ।
मैं ही घोड़े खरीद सकदा ते घोड़े भी मैं बड़े सोहने खरीदे ने। अज तां मैं सुदागर बन गया, हुण माया भी देन लगा। ते जदों गांह जाके वेखदा ते फिर उत्थे माया दी थां ते सारियां ठीकरियां बणीਆਂ होईਆਂ सन। हुण बाहर निकल के ते मूँह किवें विखावे। फिर तंबू पाड़े ते पिछे तंबू पाड़ के ते फिर आ गए ने इधर काशी वाले पासे। इधर आन के फिर गुरु महाराज जी की सिक्खी का प्रचार किया। सच्चे सतगुर ने फिर सिंह भेजे भी जाओ इन्हों फड़ के लैके आओ ते मुछां तो फड़ के लैके आना है। हुण सिख संगतां सन जिहड़ियां वो इन्हां दा बड़ा सत्कार करया करदियां सन। कहंदा जी हुक्म तां ये है पर असीं ये कर नहीं सकते। फिर रस्सी बन्नी गई, बरीक बरीक धागे बन्ने गए तो उन्होंने फड़िया गया। इस तरह लैके आए सन। सो बाबा बिधि जी अज निरिच्छुक हो गए ने। हुण अंदर हंकार ते होमे है जिहड़ी ये खत्म हो गई है ते नाम की दात मंगी है। क्योंकि इस संसार दे अंदर नाम वो दौलत है, नाम वो वडियाई है जिंदे नाल गुरसिख नाम जप के ते उस परमात्मा का रूप हो जाता है, उस वैगुरु का रूप हो जाता है। ताते धन गुरु अर्जन देव जी रहमत करते ने, मेरे मन जप जपना कर, जप हर नारायण। जदों भी जपे ना ते उदों वैगुरु ही आखना है। मेरे मन जप, जज्जा पप्पा ते पप्पे नूं औंकड़े, इसका अर्थ हुंदा जपना कर। मेरे मन जपना कर, जज्जा ते पप्पे नूं सिहारीए, इसका अर्थ है जदों भी जपया करे ना हर नारायण उदों वैगुरु का ही जाप करना है, उस परमात्मा नूं याद करना है जी। प्रभु न बिसरो मन मेरे ते, आठ पहर गुण गायन। धन गुरु जी रहमत करते ने, हे मेरिया मना तू जपना कर उस अकाल पुरख वैगुरु नूं, उस नूं ही जपया कर, उसका सिमरन करया कर। ते कदे भी कबू ना बिसरो, कदे भी विसारी ना मन मेरे ते। हे सच्चे सतगुर तेरी कृपा हो जावे, कदे भी मेरे मन तो ना बिसरे ना। कबू ना बिसरो मन मेरे ते, मेरे मन तो कदे भी ना बिसरे। आठ पैर गुण गायन, अठे पैर मैं तेरे गुण गाता रवां, तेरियां वडियाइयां दे नाल जुड़िया रवां जी। साधु धूर करो नित मज्जन, सब पिल बिक पाप गवायण। अगे धन गुरु महाराज जी रहमत करते ने, विश्राम ला के साधु धूर करो नित मज्जन। मज्जन दे दो अर्थ ने। एक मज्जन का अर्थ है किसी पर्वत तीर्थ ते जाके इशनान करना, उन्होंने भी मज्जन आखदे ने। ते दूजा जदों गुरसिख केश इशनान करता है ना, उसनूं भी मज्जन आखदे ने। धन गुरु महाराज जी रहमत करते ने, साधु धूर, साधु उन्होंने आख्या जाता है जिन्हें अपने मन नूं सिद्धा कर लिया है, जिदा मन है जिहड़ा वो साधिया गया है। जिवें पुराने समय के अंदर बैठ के होया करते सन, वछे होया करते सन। जदों तक उन्होंने हाली नहीं सी कढ़िया जाता, उदों तक हलाएं सी जिहड़ी वो सीधी नहीं सी आउंदी। ते जदों उन्होंने हाली कढ़िया जाता, फिर हलाएं जिहड़ी वो सीधी आ जाया करती। ते हाली कढ़न दे लई नाल उन्हां दे एक सियाणा बलद जिहड़ा हाली हुंदा सी, उहनूं जोड़िया जांदा सी, ताकि सियाणे बलद दे नाल रह के ते वो थोड़ा जिहा अपने आप नूं सुधार लवे, सुधर जावे। सियाणा बलद जिहड़ा है उहनूं इधर उधर घट जाण देवे। इसे तरह मन है जिहड़ा, मन नूं भी हाली कढ़ना पएगा। ते मन नूं हाली कढ़न दे लई सानूं भी सियाणे संत महात्मा की जरूरत पैंदी है। जिवें दुध दे बिना जाग तो कदे जम्मिया नहीं करता, फट जरूर जाता है पर जमदा नहीं। जे असी आखीए ना दुध दे ते बिना जाग लाई तो ये जम जावे ते इहदे चों मक्खण निकले ते नहीं। इसे तरह मन नूं जाके जिहड़ी वो किसे ना किसे तो लाउणी पैंदी है। सो धन गुरु महाराज जी इत्थे रहमत करते हैं, साधु धूर करो नित मज्जन। जिसने अपने मन नूं सीधा किया होया, मन नूं साधिया होया है, जो साधु स्वरूप हो गया है,
ਉਸ ਦੇ ਚਰਨਾਂ ਦੀ ਜਿਹੜੀ ਧੂੜ ਹੈ ਨਾ, ਉਹਦੇ ਵਿੱਚ ਮਨ ਦਾ ਇਸ਼ਨਾਨ ਕਰਨਾ ਹੈ। ਸਭ ਕਿਲਵਿਕ ਪਾਪ ਪਵੈਨ, ਇਸ ਦੇ ਨਾਲ ਸਾਰੇ ਜਿਹੜੇ ਸਾਡੇ ਕੀਤੇ ਹੋਏ ਪਾਪ ਨੇ ਨਾ, ਸਾਨੂੰ ਦੁੱਖ ਦੇਣ ਵਾਲੇ, ਉਹ ਸਾਰੇ ਦੇ ਸਾਰੇ ਨਾਸ ਹੋ ਜਾਂਦੇ ਨੇ। ਕਿਉਂਕਿ ਪਾਪ ਨੇ ਜਿਹੜੇ, ਇਹ ਵੀ ਬੜੇ ਪ੍ਰਬਲ ਨੇ। ਪਾਪ ਇਹ ਜਿਹੜਾ, ਇਹ ਬੰਦਗੀ ਦੇ ਵਿੱਚ ਬੜੀ ਅੜਚਨ ਲਾਉਂਦਾ ਹੈ। ਜਿਹੜਾ ਕੀਤਾ ਹੋਇਆ ਗੁਨਾਹ ਹੈ, ਕੀਤਾ ਹੋਇਆ ਪਾਪ ਹੈ, ਇਹ ਸਾਨੂੰ ਸਿਮਰਨ ਭਜਨ ਬੰਦਗੀ ਦੇ ਵਿੱਚ ਬੜਾ ਰੋੜਾ ਅੜਾਉਂਦਾ ਹੈ। ਕਿਸੇ ਗੁਰਮੁਖ ਪਿਆਰੇ ਨੇ ਇਸ ਦੇ ਬਾਬਤ ਬੜਾ ਸੁੰਦਰ ਦੋਹਰਾ ਲਿਖਿਆ, ਤੇ ਮੈਂ ਸੰਗਤ ਦੇ ਵਿੱਚ ਇਸ ਨੂੰ ਕਈ ਵਾਰੀ ਦੁਹਰਾਇਆ ਵੀ ਹੈ। ਪੂਰਬ ਕਰਮ ਕੇ ਪਾਪ ਤੇ ਹਰ ਜਸ ਸੁਣਾ ਨਾ ਜਾਏ। ਇਹ ਲਿਖਦਾ ਜਦੋਂ ਪਿਛਲੇ ਜਨਮਾਂ ਦੇ ਕੀਤੇ ਹੋਏ ਪਾਪ ਅੱਗੇ ਆਉਂਦੇ ਨੇ ਨਾ, ਫਿਰ ਉਸ ਹਰੀ ਪਰਮਾਤਮਾ ਦਾ ਜਿਹੜਾ ਜਸ ਹੈ ਉਹ ਨਹੀਂ ਸੁਣਿਆ ਜਾ ਸਕਦਾ। ਫਿਰ ਕਾਰਨ ਕੀ ਬਣਦੇ ਨੇ? ਤਿੰਨ ਕਾਰਨ ਲਿਖੇ ਨੇ। ਕਹਿ ਊਂਘੇ, ਜਾਂ ਫਿਰ ਸਤ ਸੰਗਤ ਦੇ ਵਿੱਚ ਆਣ ਕੇ ਨੀਂਦ ਆ ਜਾਵੇਗੀ, ਪਤਾ ਹੀ ਨਹੀਂ ਲੱਗੇਗਾ ਵੀ ਅਸੀਂ ਗੁਰਬਾਣੀ ਕੀ ਆਖ ਰਹੀ ਹੈ, ਪਾਠ ਕੀ ਚੱਲ ਰਹੀ ਹੈ, ਕਥਾ ਕੀ ਹੋ ਰਹੀ ਹੈ, ਕੀਰਤਨ ਕੀ ਹੋ ਰਿਹਾ, ਨੀਂਦ ਆ ਜਾਏਗੀ। ਕਹਿ ਊਂਘੇ, ਕਹਿ ਲੜ ਮਰੇ, ਤੇ ਜਾਂ ਫਿਰ ਉਹ ਇੱਥੇ ਕਿਸੇ ਨਾ ਕਿਸੇ ਦੇ ਨਾਲ ਲੜ ਪਵੇਗਾ। ਕਹਿ ਘਰ ਨੂੰ ਉੱਠ ਜਾਏ, ਤੇ ਜਾਂ ਫਿਰ ਘਰ ਦਾ ਕੰਮ ਹੈ ਜਿਹੜਾ, ਕੋਈ ਚੇਤਾ ਆ ਜਾਏਗਾ ਤੇ ਉਹ ਘਰ ਨੂੰ ਚਲਾ ਜਾਏਗਾ। ਇਸ ਤਰ੍ਹਾਂ ਜਿਹੜੇ ਪਾਪ ਨੇ ਉਹ ਵਿਘਨ ਪਾ ਦਿੰਦੇ ਨੇ। ਪਰ ਸੱਚਾ ਸਤਿਗੁਰ ਹੈ ਜਿਹੜਾ, ਜਦੋਂ ਸੱਚੇ ਸਤਿਗੁਰ ਦੇ ਚਰਨਾਂ ਦੀ ਧੂੜ ਦੇ ਵਿੱਚ ਮਨ ਦਾ ਇਸ਼ਨਾਨ ਹੋ ਜਾਵੇ, ਤੇ ਫਿਰ ਇਹ ਪਾਪ ਨੇ ਜਿਹੜੇ ਇਹ ਲੈ ਜਾਂਦੇ ਨੇ, ਤੇ ਮਨ ਇਹਨਾਂ ਜਿਹੜਾ ਇਹ ਪਰਮਾਤਮਾ ਦੀ ਬੰਦਗੀ ਸਿਮਰਨ ਦੇ ਵਿੱਚ ਜੁੜਨ ਲੱਗ ਜਾਂਦਾ ਹੈ, ਇਹ ਲੱਗਣ ਲੱਗ ਜਾਂਦਾ ਹੈ। ਸਾਧੂ ਧੂਰ ਕਰੋ ਨਿਤ ਮੱਜਨ, ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਧੰਨ ਗੁਰਬਾਣੀ ਸਾਧੂ ਸਰੂਪ ਹੈ, ਤੇ ਗੁਰਬਾਣੀ ਦਾ ਜਦੋਂ ਅਸੀਂ ਪਾਠ ਕਰਦੇ ਹਾਂ, ਇਹਦੇ ਵਿੱਚ ਜੋ ਗੁਰੂ ਮਹਾਰਾਜ ਜੀ ਦਾ ਗਿਆਨ ਬਖਸ਼ਿਸ਼ ਕੀਤਾ ਹੈ, ਇਹ ਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਧੂੜ ਹੈ। ਇਸ ਦੇ ਨਾਲ ਜਦੋਂ ਸਾਡਾ ਮਨ ਇਸ਼ਨਾਨ ਕਰਦਾ ਹੈ, ਤੇ ਫਿਰ ਸਾਡੇ ਕਿਤਨੇ ਪ੍ਰਕਾਰ ਦੇ ਪਾਪ ਨੇ ਜਿਹੜੇ ਉਹ ਨਾਸ ਹੋ ਜਾਂਦੇ ਨੇ। ਜਿਸ ਕਰਕੇ ਮਨ ਜਿਹੜਾ ਇਹ ਪਾਪਾਂ ਕਰਕੇ ਵਿਚਲਿਤ ਨਹੀਂ ਹੁੰਦਾ, ਨਾਮ ਬੰਦਗੀ ਸਿਮਰਨ ਦੇ ਵਿੱਚ, ਅਭਿਆਸ ਦੇ ਵਿੱਚ ਜੁੜ ਜਾਂਦਾ ਹੈ ਜੀ। ਪੂਰਨ ਪੂਰ ਕਿਰਪਾ ਨਿਧ, ਘਟ ਘਟ ਜਿਤ ਸਮਾਇਨ। ਪੂਰਨ ਪੂਰ ਰਹੇ ਕਿਰਪਾ ਨਿਧ, ਇਹ ਤੁਕ ਦੁਬਾਰਾ ਫਿਰ ਆ ਗਈ ਹੈ ਧੰਨ ਗੁਰਬਾਣੀ ਦੇ ਅੰਦਰ ਨਾ। ਇਸ ਤਰ੍ਹਾਂ ਦੇ ਕਈ ਸ਼ਬਦ ਨੇ ਜੋ ਦੋਹਰੀ ਵਾਰ ਆ ਜਾਂਦੇ ਨੇ, ਕਈ ਤੁਕਾਂ ਨੇ ਜਿਹੜੀਆਂ ਦੋਹਰੀ ਵਾਰ ਤੀਹਰੀ ਵਾਰ ਆ ਜਾਂਦੀਆਂ ਨੇ, ਕਈ ਤੁਕਾਂ ਨੇ ਉਹਨਾਂ ਵਿੱਚ ਥੋੜ੍ਹਾ ਬਹੁਤ ਵਖਰੇਵਾਂ ਹੁੰਦਾ ਹੈ, ਪਰ ਗੁਰਬਾਣੀ ਦੇ ਅੰਦਰ ਉਹ ਆਈਆਂ ਹੋਈਆਂ ਨੇ। ਹੁਣ ਧੰਨ ਗੁਰੂ ਮਹਾਰਾਜ ਜੀ ਨੇ ਪਿਛਲੇ ਸ਼ਬਦ ਦੇ ਵਿੱਚ ਵੀ ਸਾਨੂੰ ਦੱਸਿਆ ਸੀ, ਪੂਰਨ ਪੂਰ ਰਹੇ ਕਿਰਪਾ ਨਿਧ। ਉਹ ਸੱਚੇ ਸਤਿਗੁਰ ਦੇ ਦਰ ਤੇ ਕੋਈ ਵੀ ਅਧੂਰਾਪਨ ਨਹੀਂ। ਉਹ ਵਾਹਿਗੁਰੂ ਦੇ ਦਰ ਤੋਂ ਸਾਡੀਆਂ ਸਾਰੀਆਂ ਇੱਛਾਵਾਂ ਨੇ ਜਿਹੜੀਆਂ ਉਹ ਪੂਰੀਆਂ ਹੋ ਜਾਂਦੀਆਂ ਨੇ। ਅਸਲ ਮਨੁੱਖ ਦੀ ਇੱਛਾ ਉਦੋਂ ਹੀ ਪੂਰੀ ਹੁੰਦੀ ਹੈ ਜਦੋਂ ਅੰਦਰੋਂ ਉਹ ਨਿਰਇੱਛਕ ਹੋ ਜਾਏ। ਜਿਹੜੇ ਗੁਰਮੁਖ ਪਿਆਰੇ ਨਿਰਇੱਛਕ ਹੋ ਜਾਂਦੇ ਨੇ ਨਾ, ਉਹ ਫਿਰ ਗੁਰੂ ਦੇ ਦਰ ਤੇ ਆਣ ਕੇ ਨਾ ਕੇਵਲ ਤੇ ਕੇਵਲ ਨਾਮ ਦੀ ਦਾਤ ਮੰਗਦੇ ਨੇ, ਜਿਵੇਂ ਬਾਬਾ ਬਿਧੀ ਚੰਦ ਜੀ ਨੇ ਮੰਗੀ ਸੀ। ਇਸ ਤਰ੍ਹਾਂ ਹੋਰ ਸੰਸਾਰਿਕ ਮਾਇਕੀ ਪਦਾਰਥ, ਮਾਇਆਵੀ ਪਦਾਰਥ ਨੇ ਜਿਹੜੇ ਸਾਰੇ ਜਿਹੜੇ ਨੇ ਨਹੀਂ ਮੰਗਦੇ। ਪੂਰਨ ਪੂਰ ਰਹੇ ਕਿਰਪਾ ਨਿਧ, ਕਿਰਪਾਲੂ ਦਿਆਲੂ ਪਰਿਪੂਰਨ ਹੈ। ਘਟ ਘਟ ਦਿਸ਼ਟ ਸਮਾਇਨ, ਘਟ ਘਟ ਦਾ ਅਰਥ ਹੈ ਹਰ ਇੱਕ ਸਰੀਰ ਦੇ ਅੰਦਰ, ਦਿਸ਼ਟ ਦਾ ਅਰਥ ਹੈ ਵੇਖ ਰਿਹਾ, ਸਮਾਇਨ ਸਮਾਇਨ ਦਾ ਅਰਥ ਹੈ ਬਰਾਬਰ, ਉਹ ਹਰ ਇੱਕ ਸਰੀਰ ਦੇ ਵਿੱਚ ਵੇਖ ਰਿਹਾ ਹੈ, ਜਾਂ ਹਰ ਇੱਕ ਨੂੰ ਉਹ ਵੇਖ ਰਿਹਾ ਤੇ ਸਾਰਿਆਂ ਨੂੰ ਬਰਾਬਰ ਵੇਖਦਾ, ਕਿਸੇ ਦੇ ਨਾਲ ਕਾਣੀ ਵੰਡ ਨਹੀਂ ਕਰਦਾ, ਸਾਰਿਆਂ ਨੂੰ ਉਹ ਬਰਾਬਰ ਵੇਖਦਾ। ਜਦੋਂ ਇਸ ਤਰ੍ਹਾਂ ਦੇ ਅਰਥ ਹੁੰਦੇ ਨੇ, ਕਈ ਵਾਰੀ ਸਾਡੇ ਅੰਦਰ ਸ਼ੰਕਾ ਬਣ ਜਾਂਦੀ ਏ, ਸਾਡੇ ਗੁਆਂਢੀਆਂ ਦੇ ਤੇ 10 ਕਿੱਲੇ ਤੇ ਸਾਡੇ ਕੋਲ 2 ਕਿੱਲੇ ਹੀ, ਤੇ ਫਿਰ ਸਾਨੂੰ ਤਾਂ ਬਰਾਬਰ ਵੇਖਿਆ ਨਹੀਂ। ਇਹ ਪ੍ਰਭੂ ਪਰਮਾਤਮਾ ਬਰਾਬਰ ਕਿਵੇਂ ਵੇਖਦਾ ਹੈ? ਜਿਵੇਂ ਇੱਕ ਮਾਸਟਰ ਬੱਚਿਆਂ ਤੋਂ ਜਦੋਂ ਪੇਪਰ ਲੈਂਦਾ ਹੈ ਨਾ, ਕਿਸੇ ਬੱਚੇ ਨੂੰ 10 ਨੰਬਰ ਆ ਜਾਂਦੇ ਨੇ, ਕਿਸੇ ਨੂੰ ਕੋਈ ਨੰਬਰ ਵੀ ਨਹੀਂ ਆਉਂਦਾ, 0 ਆਉਂਦੀ ਏ। ਹੁਣ ਇਹ ਮਾਸਟਰ ਨੇ ਇਹਨਾਂ ਨੂੰ ਬਰਾਬਰ ਕਿਵੇਂ ਵੇਖਿਆ ਹੈ? ਜਿਵੇਂ ਕਿਸੇ ਨੇ ਮਿਹਨਤ ਕੀਤੀ ਉਸ ਤਰ੍ਹਾਂ ਦਾ ਉਹਨੂੰ ਫਲ ਮਿਲ ਗਿਆ। ਉਵੇਂ ਸਾਡੀ ਮਿਹਨਤ ਹੈ ਜਿਹੜੀ, ਉਹ ਸਾਡੇ ਚੰਗੇ ਕਰਮ ਨੇ। ਜਿਸ ਤਰ੍ਹਾਂ ਦੇ ਅਸੀਂ ਕਰਮ ਕੀਤੇ ਨੇ, ਉਸ ਤਰ੍ਹਾਂ ਦੀ ਸਾਨੂੰ ਇਸ ਸੰਸਾਰ ਦੇ ਅੰਦਰ ਉਪਜੀਵਕਾ ਰੋਜੀ ਰੋਟੀ ਮਿਲ ਗਈ ਹੈ।
उस तरह का साडा जीवन है जिहड़ा इस संसार के अंदर विचर रहा है। उस प्रभु परमात्मा ने कर्मां दे विच फर्क नहीं किया। जिस तरह के किसी ने कर्म किए ने उस तरह का उन्होंने सुख दुख ही जिहड़ा वो मिल रहा है। घट घट दिष्ट समायन इस तरह सारे शरीरां नूं वो एक समान एक रस वेख रहा है जी। जाप ताप कोट लख पूजा हर सिमरन दुरना दायन। जाप ताप जाप उन्होंने आख्या जाता है जिहड़ा किसी मंत्र का जाप करना उस मंत्र नूं सिद्ध करन दे लई। ताप शरीर नूं तपाउणा, ताप का अर्थ हुंदा शरीर नूं तपाउणा। जिवें किसी नूं बुखार चढ़ जाए तो असीं ठेठ पंजाबी दे विच भी आखदे इहनूं ताप चढ़िया होया, बुखार चढ़िया होया है। जाप किसी एक मंत्र की आराधना करनी, किसी सिद्धि नूं प्राप्त करन दे लई ताप शरीर नूं तपाउणा। कोट लख पूजा ते करोड़ां प्रकार की लखां प्रकार की जिहड़ी पूजा है। हर सिमरन तुल ना लायन, प्रभु परमात्मा की याद दे विच ये कुछ भी नहीं है। भाव सब तो चंगा उस प्रभु परमात्मा नूं याद करना है। उसकी याद की बराबरी ना किसी सिद्धि प्राप्ति वाला मंत्र कर सकता, जाप कर सकता, ते ना ही इस तरह किसी प्रकार का शरीर नूं जिहड़ा तपाउणा है, तप करना वो कर सकता है। वैसे गुरु महाराज जी ने सानूं दस्सिया है, गुर की सेवा तपा सिर तप सार। गुरु महाराज जी की जिहड़ी सेवा है ना, ये सब तो वड्डा तप है, सब तो वड्डी ये तपस्या है गुरसिख दे वास्ते। ते एक होर धन गुरु हरगोबिंद सिंह महाराज जी दे जीवन काल का प्रसंग है। गुरु महाराज जी की शरण दे विच एक तपस्वी आ गया। उस तपस्वी ने आन के धन गुरु महाराज जी नूं बेनती की, है सच्चे सतगुरु जी आप जी दे जेड़े गुरसिख ने ना तपस्या तां करदे नहीं, क्योंकि जेड़ा मनुख जिधर जुड़िया होवे ना वो उसे दी गल करेगा। गुरु महाराज जी कहते भी साडे सिख जेड़े तपस्या करते ने ना वो तपस्या बड़ी श्रेष्ठ है, पर जेड़ी तपस्या तू कीती है ना ये नखिद तपस्या है, नखिद कर्म है। नखिद कर्म उन्होंने आख्या जाता जिंदा फल कोई भी ना मिले ते शरीर नूं तकलीफ हो जाए, जिवें कोई धुप्पे बह जावे ते ये आखे भी मैं उदों तक धुप दे विच बैठा रहांगा जदों तक रब मैनूं प्राप्त नहीं होएगा। शरीर दे नाल तो उहदा संबंध ही कोई नहीं, उहदा संबंध मन दे नाल है। जे मन दे विच वकार चल रहा, मन दे विच बुराई चल रही है तो प्रभु परमात्मा की प्राप्ति नहीं होएगी, उस वाहिगुरू की प्राप्ति नहीं होएगी। उनकी प्राप्ति दे लई भावें धुप्पे बह जा ते भावें छावें बह जा, जिहड़ा मन शुद्ध हो जाना है ना इहदे नाल होनी है। मन की पवित्रताई तो बिना उसकी प्राप्ति नहीं जे हुंदी। जिवें साडे घरे बच्ची बच्चा जवान है, उन्होंने वेखण वालियां ने आउणा, घर बार वेखण वालियां ने आउणा ते असीं वेखो घर की किन्नी सफाई करते हैं। जिहड़े कूंजे खलरे हुंदे ने उन्हां दे विचों भी असीं अज झाड़ू ला के जिहड़े पड़दे ने वो भी धो संवार के दोबारा प्रैस करके ते असीं टंगदे हां। जिहड़े जाले लगे हुंदे ने कई कई सालां दे वो भी अज असीं ला दित्ते ने। जिथे कदी झाड़ू नहीं सी फेड़िया, दाने वाले ड्रम ने उन्हां दे पिछे भी अज असीं भौकर मार रहे हैं भी साडे घरे रिश्तेदारां ने आउणा है, नवें संबंधी बनने वास्ते किसी ने आउणा है। इतनी सफाई की है घर की, पर उस प्रभु परमात्मा ने साडे हिरदे दे विच वसना है तो उहदे लई असीं किन्नी कुछ सफाई की है। जे तां उस परमात्मा दे लई असीं हिरदे दी भी इतनी सफाई की है तो वह जरूर आएगा, जरूर वसेगा। जे नहीं की तो फिर नहीं आएगा। सो धन गुरु महाराज जी रहमत करते हैं कि ये नखिद कर्म है जिहड़ा इहदे नाल कुछ भी हासिल नहीं हुंदा। फिर गुरु महाराज जी जिथे लंगर बना रहे सी ना संगतां उत्थे लै गए ते गुरु महाराज जी ने उत्थे जाके आख्या वेख भाई ये लोह तप रही है, सेक है ते संगतां नाले जाप कर रही ने, नाले प्रशादे तैयार कर रही ने। ये वेख किड्डा वड्डा तप है, इहदे नाल किसे दा ढिड भरेगा। वो गुरमुख प्यारा प्रसन्न होके ते धन गुरु आखेगा, धन वाहिगुरू आखेगा। किसी का
ਜੀਵਨ ਹੈ ਜਿਹੜਾ ਉਹ ਇਹਦੇ ਨਾਲ ਸੁਧਰੇਗਾ। ਤੇ ਬਾਕੀ ਇਹ ਜਾਪ ਵੀ ਨਾਲ ਚੱਲ ਰਹੀ ਹੈ। ਇਹ ਕਰਮ ਹੈ ਜਿਹੜਾ ਇਹ ਸਭ ਤੋਂ ਵੱਡਾ ਤਪ ਹੈ। ਤਾਂ ਫਿਰ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਦਰਜ ਕਰ ਦਿੱਤਾ, ਗੁਰ ਕੀ ਸੇਵਾ ਤਪਾਂ ਸਿਰ ਤਪਸਾਰ। ਜਾਪ ਤਾਪ ਕੋਟ ਕਰੋੜਾਂ ਪ੍ਰਕਾਰ ਦੇ ਜਾਪ ਕਰ ਲਈਏ, ਕਰੋੜਾਂ ਪ੍ਰਕਾਰ ਦੇ ਤਾਪ ਕਰ ਲਈਏ, ਲੱਖ ਪੂਜਾ ਤੇ ਲੱਖਾਂ ਪ੍ਰਕਾਰ ਦੀ ਅਸੀਂ ਪੂਜਾ ਵੀ ਕਰ ਲਈਏ, ਹਰ ਸਿਮਰਨ ਤੁਲ ਨਾ ਲਾਇਨ। ਪ੍ਰਭੂ ਪਰਮਾਤਮਾ ਦੇ ਸਿਮਰਨ ਦੀ ਬਰਾਬਰੀ ਇਹ ਨਹੀਂ ਕਰ ਸਕਦੇ ਹਨ ਜੀ। ਦੋਇ ਕਰ ਛੋੜ ਨਾਨਕ ਦਾਨ ਮੰਗ, ਤੇਰੇ ਦਾਸਨ ਦਾਸ ਦਸਾਇਣ। ਧੰਨ ਗੁਰੂ ਮਹਾਰਾਜ ਜੀ ਆਖਰੀ ਤੁਕ ਦੇ ਅੰਦਰ ਕਿਰਪਾ ਕਰ ਰਹੇ ਨੇ। ਅਸੀਂ ਦੋਵੇਂ ਹੱਥ ਜੋੜ ਕੇ ਤੇ ਹੇ ਅਕਾਲ ਪੁਰਖ ਵਾਹਿਗੁਰੂ ਤੇਰੇ ਤੋਂ ਇਹ ਦਾਨ ਮੰਗਦੇ ਹਾਂ। ਕੀ ਮੰਗਦੇ ਆ ਦਾਨ ਦੇ ਵਿੱਚ? ਤੇਰੇ ਦਾਸਨ ਦਾਸ ਦਸਾਇਨ। ਤੇਰੇ ਦਾਸਨ ਜਿਹੜੇ ਤੇਰੇ ਦਾਸ ਨੇ ਨਾ, ਉਹਨਾਂ ਦੇ ਅੱਗੇ ਦਾਸ ਬਣ ਕੇ ਦਾਸ ਦਸਾਇਨ, ਤੇ ਅੱਗੇ ਫਿਰ ਉਹਨਾਂ ਦੇ ਹੋਰ ਦਾਸ ਬਣ ਕੇ ਤੇ ਅਸੀਂ ਦਾਸ ਦਸਾਉਣਾ ਕਰੀਏ। ਭਾਵ ਸਭ ਤੋਂ ਨੀਚਾ ਅੰਦਰ ਨੀਚ ਜਾਤ, ਨੀਚੀ ਰੂਹ ਅਤ ਨੀਚ, ਇਤਨੀ ਮਨ ਦੇ ਵਿੱਚ ਹਲੀਮੀ ਲੈ ਆਉਣੀ ਹੈ। ਇੱਥੇ ਇਹ ਨਹੀਂ ਸਮਝਣਾ ਵੀ ਅਸੀਂ ਸਾਰਿਆਂ ਤੋਂ ਨੀਚ ਜਿਹੜਾ ਹੋ ਜਾਣਾ, ਜਿਵੇਂ ਕੋਈ ਵਕਾਰਾਂ ਕਰਕੇ ਬੁਰਾਈਆਂ ਕਰਕੇ ਨੀਚ ਹੋ ਜਾਂਦਾ ਨਾ, ਉਹ ਨਹੀਂ ਹੋਣਾ। ਅੰਦਰ ਦੀ ਅਵਸਥਾ ਉੱਚੀ ਤੇ ਸੁੱਚੀ ਹੋਵੇ, ਪਰ ਅੰਦਰ ਹਲੀਮੀ ਹੈ ਜਿਹੜੀ ਉਹ ਇਤਨੀ ਜ਼ਿਆਦਾ ਹੋ ਜਾਵੇ ਕਿ ਆਪਣੇ ਆਪ ਨੂੰ ਸਭ ਤੋਂ ਬੁਰਾ ਮੰਨੇ, ਆਪਣੇ ਆਪ ਨੂੰ ਸਾਰਿਆਂ ਤੋਂ ਔਗਣਹਾਰਾ ਮੰਨੇ ਵੀ ਮੇਰੇ ਜਿਤਨੇ ਗੁਨਾਹ ਕਿਸੇ ਨੇ ਕੀਤੇ ਨਹੀਂ। ਫਿਰ ਕਿਤੇ ਜਾ ਕੇ ਉਹ ਸੱਚੇ ਸਤਿਗੁਰੂ ਦੇ ਚਰਨਾਂ ਦਾ ਪਿਆਰ ਪ੍ਰਾਪਤ ਹੁੰਦਾ ਹੈ। ਸੋ ਧੰਨ ਗੁਰੂ ਮਹਾਰਾਜ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਧੰਨਵਾਦ ਸ਼ੁਕਰਾਨਾ, ਜਿਨ੍ਹਾਂ ਨੇ ਕਿਰਪਾ ਕੀਤੀ ਹੈ ਸਾਨੂੰ ਦਾਤ ਬਖਸ਼ੀਏ। ਤੇ ਗੁਰੂ ਮਹਾਰਾਜ ਜੀ ਨੇ ਸੰਦੇਸ਼ ਦਿੱਤਾ ਹੈ ਕਿ ਅਸੀਂ ਨਾਮ ਜਪੀਏ, ਸਿਮਰਨ ਕਰੀਏ, ਇਸ ਦੇ ਨਾਲ ਆਪਣਾ ਜੀਵਨ ਸਫਲਾ ਕਰ ਲਈਏ। ਧੰਨ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਅਬ ਕਲੂ ਆਇਓ ਰੇ, ਭਾਈ ਹੁਣ ਕਲਯੁਗ ਆ ਗਿਆ, ਇੱਕ ਨਾਮ ਬੋਵੋ, ਇੱਕ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇਹ ਅਸੀਂ ਬੀਜਣਾ ਕਰੀਏ। ਦੇਹੋ ਸੱਜਣ ਆਸੀਸ ਰੀਆ, ਜੋ ਹੋਵੇ ਸਹਿਬ ਸਿਉ ਮੇਲ। ਜਪ